ਸਤਿ ਸ਼੍ਰੀ ਅਕਾਲ ਜੀ। ਵਾਅਦੇ ਮੁਤਾਬਕ ਲਾਈਵ ਆ ਤੁਹਾਡੇ ਨਾਲ। ਮੰਡੇ ਦਾ ਆਪਾਂ ਰੱਖਿਆ ਸੀ ਲਾਈਵ ਸੈਸ਼ਨ ਕਿ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਕੇਸਿਸ ਉੱਤੇ ਐਂਡ ਇੱਕ ਕੇਸ ਸਟੱਡੀ ਜੋ ਮੈਂ ਕਰ ਰਿਹਾ ਸੀ ਉਹਦੇ ਨਾਲ ਸੰਬੰਧਿਤ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਉਸੇ ਮੁਤਾਬਕ ਹੁਣ ਟਾਈਮ ਸੀਗਾ ਤਾਂ ਮੈਂ ਸੋਚਿਆ ਤੁਹਾਡੇ ਰੂਬਰੂ ਹੋ ਜਾਵਾਂ। ਦੋਸਤੋ, ਦੋ ਚਾਰ ਗੱਲਾਂ ਨਾ ਮੈਂ ਉਸ ਪਰਟੀਕੂਲਰ ਕੇਸ ਬਾਰੇ ਕਰਨ ਤੋਂ ਪਹਿਲਾਂ ਹੋਰ ਕਰਨੀਆਂ ਚਾਹੁੰਦਾ ਜੋ ਕਿ ਬੜੀਆਂ ਜ਼ਰੂਰੀ ਨੇ। ਅੱਜ ਤੋਂ ਨਾ ਜੇ 2-4 ਸਾਲ ਆਪਾਂ ਮਗਰ ਚਲੇ ਜਾਈਏ, ਜਦੋਂ ਕਿਸੇ ਨੇ ਆਪਦਾ ਧੀ ਪੁੱਤ ਵਿਆਹੁਣਾ ਹੁੰਦਾ ਸੀ ਤੇ ਉਹ ਨਾ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ, ਸਿਆਣਿਆਂ ਨੂੰ ਜਾਂ ਦਿਨ ਸੁਧ ਨੂੰ, ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਦੇ ਵਿਆਹ ਪੱਕੇ ਕਰਦੇ ਨੇ, ਕੁੰਡਲੀਆਂ ਨੂੰ ਧਿਆਨ 'ਚ ਰੱਖ ਕੇ ਵਿਆਹ ਪੱਕੇ ਕਰਦੇ ਨੇ, ਤਾਂ ਉਹ ਪੰਡਤਾਂ ਕੋਲੇ ਜਾਂ ਇਸ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਕੋਲੇ ਜਾ ਕੇ ਆਪਦੇ ਧੀ ਪੁੱਤ ਦਾ ਰਿਸ਼ਤਾ ਪੱਕਾ ਕਰਦੇ ਹੁੰਦੇ ਸੀ। ਹੁਣ ਨਾ ਕੰਮ ਉਲਟ ਹੋ ਗਿਆ। ਹੁਣ ਉਹ ਸਾਡੇ ਕੋਲੇ ਆਉਂਦੇ ਨੇ, ਖਾਸ ਕਰਕੇ ਉਹ ਮਾਂ ਪਿਓ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡਾ ਮੁੰਡਾ ਤਾਂ ਆਇਲਸ ਵਗੈਰਾ ਕਰ ਨਹੀਂ ਸਕਦਾ ਜਾਂ ਉਹ ਆਪ ਆਇਲਸ ਕਰਕੇ ਕੈਨੇਡਾ ਤਾਂ ਨਹੀਂ ਜਾ ਸਕਦਾ, ਮੈਂ ਉਹਨੂੰ ਵਿਆਹ ਕਰਕੇ ਉਹਦਾ ਕੈਨੇਡਾ ਭੇਜ ਦਿਆਂ। ਤਾਂ ਉਹਨਾਂ ਦਾ ਜਿਹੜਾ ਤਰੀਕਾ ਉਹ ਬੜਾ ਹੀ ਕਈ ਵਾਰੀ ਦੁਖਦਾਈ ਅਤੇ ਡਿਸਪੁਆਇੰਟਿੰਗ ਜਿਹਾ ਹੁੰਦਾ। ਕਾਰਨ ਕੀ ਹੁੰਦਾ ਵੀ 4-5 ਕੁੜੀਆਂ ਦੇ ਪ੍ਰੋਫਾਈਲ ਉਹਨਾਂ ਦੇ ਹੱਥ ਦੇ ਵਿੱਚ ਹੁੰਦੇ ਨੇ ਅਤੇ ਆ ਕੇ ਉਹ ਸਾਡੇ ਟੇਬਲ ਦੇ ਉੱਤੇ ਰੱਖ ਦਿੰਦੇ ਨੇ। ਅਤੇ ਫਿਰ ਸਾਡੇ ਵਰਗੇ ਜਿਹੜੇ ਏਜੰਟ ਆ ਜਿਨ੍ਹਾਂ ਦਾ ਮੇਨ ਮਕਸਦ ਸਿਰਫ ਅਤੇ ਸਿਰਫ ਇਹ ਹੁੰਦਾ ਵੀ ਬੱਚਾ ਕੈਨੇਡਾ ਜਾਵੇ ਅਤੇ ਸਾਨੂੰ ਕਮਿਸ਼ਨ ਆਵੇ, ਜਾਂ ਕਿਸੇ ਵੀ ਤਰੀਕੇ ਨਾਲ ਜੋ ਸਾਡਾ ਤਾਂ ਇੱਕ ਇਹ ਬਿਜ਼ਨਸ ਆ, ਸੋਰਸ ਆਫ ਮਨੀ ਆ, ਉਹ ਤੁਹਾਡੇ ਬੱਚੇ ਦੇ ਵਿਆਹ ਦਾ ਫੈਸਲਾ ਕਰਦੇ ਨੇ ਕਿ ਆਹ ਫਲਾਨੀ ਕੁੜੀ ਦੇ ਨਾਲ ਤੁਸੀਂ ਆਪਦੇ ਬੱਚੇ ਦਾ ਵਿਆਹ ਕਰੋ। ਅਤੇ ਤੁਹਾਡਾ ਜੋ ਕਿ ਤੁਹਾਡੇ ਬੱਚੇ ਦੀ ਜੋ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਉਹ ਇੱਕ ਥਰਡ ਪਰਸਨ ਜਿਹਦਾ ਉਸ ਸੰਬੰਧ ਨੂੰ, ਉਸ ਰਿਸ਼ਤੇ ਨੂੰ ਸਿਰੇ ਚਾੜ੍ਹਨ ਦੇ ਪਿੱਛੇ ਸਿਰਫ ਅਤੇ ਸਿਰਫ ਇੱਕ ਪੈਸਾ ਹੁੰਦਾ, ਜਾਂ ਇੱਕ ਇਹ ਹੁੰਦਾ ਕਿ ਉਹਨਾਂ ਤੋਂ ਤੁਸੀਂ ਕੇਸ ਲਵਾਉਣਾ ਜਾਂ ਉਹ ਕੇਸ ਲਵਾਓਗੇ ਅਤੇ ਅੱਗੇ ਉਹ ਕੇਸ ਪ੍ਰੋਸੈਸ ਕਰੂਗਾ ਬੱਚੇ ਦਾ, ਤੁਹਾਡੇ ਦਾ, ਅਤੇ ਉਹਨੂੰ 4 ਪੈਸੇ ਬਣਨਗੇ। ਹੁਣ ਤੁਸੀਂ ਆਪ ਹੀ ਡਿਸਾਈਡ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜੁੜਿਆ ਹੋਇਆ ਰਿਸ਼ਤਾ ਅਤੇ ਇਹਦਾ ਕਿੰਨੀ ਕੁ ਇੰਪੋਰਟੈਂਸ ਕਿਸੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਰਹਿ ਜੂਗੀ ਇਸ ਰਿਸ਼ਤੇ ਦੀ। ਦੋਸਤੋ, ਮੇਰੀ ਨਾ ਇਹ ਗੁਜ਼ਾਰਿਸ਼ ਆ ਤੁਹਾਨੂੰ ਕਿ ਅਸੀਂ ਖਾਸ ਕਰਕੇ ਪੰਜਾਬ ਦੇ ਵਾਸੀ, ਸਾਡੇ ਲਈ ਕੈਨੇਡਾ ਜਾਂ ਬਾਹਰਲਾ ਮੁਲਕ ਜਾਂ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਸੈਟਲ ਹੋਣਾ ਅੱਜ ਇਕੱਲਾ ਸ਼ੌਂਕ ਨਹੀਂ ਰਹਿ ਗਿਆ, ਮਜਬੂਰੀ ਵੀ ਨਾਲ ਦੀ ਨਾਲ ਹੋ ਗਈ। ਉਸ ਚੀਜ਼ ਨੂੰ ਮੈਂ ਸਮਝ ਸਕਦਾ ਭਲੀ ਭਾਂਤੀ ਕਿ ਸਾਨੂੰ ਇਹ ਲੱਗਦਾ ਕਿ ਸਾਡੇ ਬੱਚੇ ਬਾਹਰ ਜਾ ਕੇ ਸੈਟਲ ਹੋ ਜਾਣਗੇ ਤਾਂ ਉਹਨਾਂ ਨੂੰ ਲਾਈਫ ਦੀਆਂ ਸਾਰੀਆਂ ਖੁਸ਼ੀਆਂ, ਜੋ ਕਿ ਇੱਕ ਬਹੁਤ ਵੱਡਾ ਵਹਿਮ ਆ, ਬਟ ਸਟਿਲ ਚਲੋ ਵੀ ਉਹ ਸੈਟਲ ਹੋ ਜਾਣਗੇ, ਪੈਸੇ ਕਮਾ ਲੈਣਗੇ, ਉਹਨਾਂ ਨੂੰ ਉੱਥੇ ਜਾ ਕੇ ਉਹ ਖੁਸ਼ ਰਹਿਣਗੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਨਾ ਤਾਂ ਅਸੀਂ ਆਪਦੇ ਜਿਹੜੇ ਸਾਡੇ ਐਥਿਕਸ ਨੇ ਸਾਡੇ ਜ਼ਿੰਦਗੀ ਦੇ, ਉਹ ਵੀ ਅਸੀਂ ਗਵਾ ਲਏ। ਵੈਸੇ ਤਾਂ ਕੈਨੇਡਾ ਲਈ ਅਸੀਂ ਪਹਿਲਾਂ ਵੀ ਐਥੀਕਲੀ ਕਦੇ ਸੋਚਿਆ ਨਹੀਂ, ਕਿਉਂਕਿ ਜੇ ਮੈਂ ਗੱਲ ਕਰਾਂ ਵਿਆਹ ਵਾਲੇ ਕੇਸਿਸ ਨੂੰ ਲੈ ਕੇ ਜੋ 90s ਦੇ ਵਿੱਚ ਹੋਇਆ ਪੰਜਾਬ ਦੇ ਵਿੱਚ, ਜੇ ਮੈਂ ਆਪਣੀ ਬੈਲਟ ਦੀ ਗੱਲ ਕਰਦਾ, ਲੁਧਿਆਣਾ ਅਤੇ ਮੋਗਾ ਵਾਲੀ ਜਿਹੜੀ ਬੈਲਟ ਆ, ਇਹਦੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਫਰੋਡੂਲੈਂਟ ਵਿਆਹ ਕੈਨੇਡਾ ਜਾਣ ਦੇ ਲਈ ਸਾਡੇ ਏਰੀਏ ਜਿਹੜੇ ਮੋਗਾ, ਲੁਧਿਆਣਾ, ਜਗਰਾਓਂ ਤਹਿਸੀਲ ਦੇ ਪਿੰਡ ਨੇ, ਇਹਨਾਂ ਵਿੱਚ ਹੋਇਆ। ਅਤੇ ਉਹ ਹਜੇ ਤੱਕ ਸਾਡੀ ਜਿਹੜੀ ਆ, ਸਾਨੂੰ ਉਹਨਾਂ ਨੇ ਬਲੈਕ ਲਿਸਟ ਵਿਆਹ ਵਾਲੇ ਮਾਮਲਿਆਂ ਦੇ ਵਿੱਚ ਰੱਖਿਆ ਹੋਇਆ। ਸਾਡੇ ਕਿਸੇ ਵੀ ਕੇਸ ਦੇ ਵਿੱਚ ਜਿੱਥੇ ਵਿਆਹ ਇਨਵੋਲਵ ਹੋ ਜਾਂਦਾ, ਵਿਆਹ ਬਾਹਰ ਜਾਣ ਦੇ ਲਈ, ਤਾਂ ਉਹਨਾਂ ਨੂੰ ਕੇਸਾਂ ਨੂੰ ਉਹ ਬੜੇ ਵਧੀਆ ਤਰੀਕੇ ਨਾਲ ਅਤੇ ਬੜੇ ਹੀ ਸੁਲਝੇ ਤਰੀਕੇ ਨਾਲ, ਬੜੇ ਹੀ ਡੀਪ ਜਾ ਕੇ ਵਾਚਦੇ ਨੇ। ਤਾਂ ਹੁਣ ਅਸੀਂ ਜਦੋਂ ਦਾ ਇਹ ਓਪਨ ਵਰਕ ਪਰਮਿਟ ਚੱਲਿਆ ਨਾ, ਤਾਂ ਅਸੀਂ ਆਪਦੇ ਬੱਚਿਆਂ ਦੇ ਵਿਆਹਾਂ ਨੂੰ ਫਿਰ ਇੱਕ ਸੌਦੇ 'ਤੇ, ਇੱਕ ਡੀਲ 'ਤੇ ਲੈ ਆਏ ਹਾਂ। ਉਹਦੇ ਕਰਕੇ ਬੜੀ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਫਿਰ ਬਾਹਰ ਜਾ ਕੇ ਇਹ ਵੀ ਸੋਚਦੇ ਹਾਂ ਵੀ ਸਾਡੀ ਫਲਾਨੀ ਜੀ, ਸਾਡੇ ਕੋਲੇ ਰੋਜ਼ ਇਹੋ ਜਿਹੇ ਕੇਸ ਆਉਂਦੇ ਆ, ਕੁੜੀ ਕਾਗਜ਼ ਨਹੀਂ ਭੇਜ ਰਹੀ ਜੀ, ਉਹ ਮੁੱਕਰ ਗਈ ਜੀ, ਸਾਡੇ ਤੋਂ ਫਿਰ ਇੰਨੇ ਪੈਸੇ ਲਵਾ ਲਏ ਜੀ, ਅਸੀਂ 30 ਲੱਖ ਲਾਤਾ ਜੀ, ਅਸੀਂ 35 ਲੱਖ ਲਾਤਾ ਜੀ, ਹੁਣ ਕੁੜੀ ਫੋਨ ਨਹੀਂ ਚੱਕ ਰਹੀ ਜੀ, ਹੁਣ ਕੁੜੀ ਗੱਲ ਨਹੀਂ ਕਰ ਰਹੀ। ਦੋਸਤੋ, ਉਹਦੇ ਪਿੱਛੇ ਕਸੂਰਵਾਰ ਅਸੀਂ ਸਾਰੇ ਹੀ ਹਾਂ। ਦੇਖੋ, ਜਿਹੜਾ ਰਿਸ਼ਤਾ, ਇੱਕੋ ਇੱਕ ਰਿਸ਼ਤਾ, ਪਹਿਲਾਂ ਤਾਂ ਸਾਨੂੰ ਸਮਝਣਾ ਪਊਗਾ ਕਿ ਇੱਕੋ ਇੱਕ ਇਹ ਰਿਸ਼ਤਾ ਦੁਨੀਆ ਦੇ ਵਿੱਚ ਜਿਹੜਾ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਜਿਹਦੀ ਰਜਿਸਟ੍ਰੇਸ਼ਨ ਹੁੰਦੀ ਆ, ਹੋਰ ਕਿਸੇ ਰਿਸ਼ਤੇ ਦੀ ਰਜਿਸਟ੍ਰੇਸ਼ਨ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਨਹੀਂ ਹੁੰਦੀ। ਇਹੀ ਇੱਕ ਰਿਸ਼ਤਾ ਜਿਹਦੀ ਰਜਿਸਟ੍ਰੇਸ਼ਨ ਅਸੀਂ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਕਰਦੇ ਹਾਂ, ਤਾਂ ਜੋ ਅਸੀਂ ਜ਼ਿੰਦਗੀ ਦੇ ਸਾਥੀ ਬਣਨਾ ਹੁੰਦਾ, ਜੀਵਨ ਸਾਥੀ ਬਣਨਾ ਹੁੰਦਾ, ਹਰ ਦੁੱਖ ਤਕਲੀਫ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਖੜਨਾ ਹੁੰਦਾ, ਹਰੇਕ ਲਾਈਫ ਦੇ ਅਪ ਐਂਡ ਡਾਊਨਸ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦੇਣਾ ਹੁੰਦਾ। ਸੋ ਉਸ ਰਿਸ਼ਤੇ ਨੂੰ ਇੱਕ ਬੱਚੇ ਨੇ ਆਪਦਾ ਘਰ ਛੱਡ ਕੇ ਤੁਹਾਡੇ ਘਰ ਨੂੰ ਆ ਕੇ ਸਾਂਭਣਾ ਹੁੰਦਾ, ਤੁਹਾਡੀ ਵੰਸ਼ ਨੂੰ ਅੱਗੇ ਤੋਰਨਾ ਹੁੰਦਾ। ਕਾਫੀ ਕੁਛ ਇਹਨਾਂ ਚੀਜ਼ਾਂ ਨਾਲ ਇੱਕ ਇਮੋਸ਼ਨਸ, ਚੰਗੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਪਰ ਅਸੀਂ ਇਹਨੂੰ ਇੰਨਾ ਕੁ ਜ਼ਿਆਦਾ
ਪ੍ਰੈਕਟੀਕਲ ਬਣਾਤਾ ਇਸ ਇਮੋਸ਼ਨਲ ਰਿਸ਼ਤੇ ਨੂੰ, ਇਸ ਇਮੋਸ਼ਨਸ ਭਰੇ ਰਿਸ਼ਤੇ ਨੂੰ, ਕਿ ਅਸੀਂ ਸਿਰਫ ਇਹੀ ਸੋਚਣ ਲੱਗ ਗਏ ਕਿ ਆ 4 ਕੁੜੀਆਂ ਨੇ, 4 ਕੁੜੀਆਂ ਦੇ ਵਿੱਚ ਜਿਹੜੀ ਕੈਨੇਡਾ ਜਾ ਸਕਦੀ ਆ ਉਹਦੇ ਨਾਲ ਸਾਡੇ ਮੁੰਡੇ ਦਾ ਦੱਸੋ, ਅਸੀਂ ਉਹਦੇ ਨਾਲ ਵਿਆਹ ਕਰਾਂਗੇ। ਤੁਸੀਂ ਦੱਸੋ ਵੀ ਉਸ ਰਿਸ਼ਤੇ ਦੀ ਨੀਂਹ ਇੰਨੇ ਘਟੀਆ ਲੈਵਲ ਦੇ ਤਰੀਕੇ ਦੇ ਨਾਲ ਰੱਖੀ ਗਈ ਆ, ਇਸ ਇੱਕ ਇੰਨੀ ਛੋਟੀ ਸੋਚ ਦੇ ਨਾਲ ਰੱਖੀ ਗਈ ਆ, ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਰਿਸ਼ਤਾ ਅੱਗੇ ਜਾ ਕੇ ਨਿਭੂਗਾ। ਸੋ ਇਹ ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹ ਗਾਂ ਨਾਲ ਲੜੀ ਜੁੜਨੀ ਆ, ਜਿਹੜੀ ਆਪਾਂ ਅੱਜ ਓਪਨ ਵਰਕ ਪਰਮਿਟ ਵਾਲੇ ਕੇਸ ਬਾਰੇ ਗੱਲ ਕਰਨੀ ਆ। ਤੇ ਦੋਸਤੋ, ਵਿਆਹ ਤੇ ਰਿਲੇਸ਼ਨ ਇਹ ਦੋਨੇ ਅਲੱਗ-ਅਲੱਗ ਚੀਜ਼ਾਂ ਨੇ। ਹੁਣ ਸਾਡੇ ਲਈ ਅੱਜ ਰਿਸ਼ਤਾ ਚੰਗਾ ਹੋਣਾ ਤੇ ਵਿਆਹ ਹੋਇਆ ਹੋਣਾ, ਇਹ ਦੋਨਾਂ ਹੁਣ ਅਲੱਗ-ਅਲੱਗ ਹੋ ਗਈਆਂ ਚੀਜ਼ਾਂ। ਤੇ ਅੰਬੈਸੀ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਵਾਚ ਰਹੀ ਆ ਵੀ ਕਿਤੇ ਇਕੱਲਾ ਵਿਆਹ ਤਾਂ ਨਹੀਂ ਹੋਇਆ, ਇਹਨਾਂ ਵਿੱਚ ਰਿਸ਼ਤਾ ਵੀ ਹੈਗਾ। ਉਹ ਹੁਣ ਕਈ ਚੀਜ਼ਾਂ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਅੰਬੈਸੀ ਐਨਾਲਿਸਿਸ ਕਰਦੀ ਆ, ਤੁਹਾਡੀ ਚੈਟ ਪੜ੍ਹਦੀ ਆ, ਤੁਹਾਡੇ ਰਿਲੇਸ਼ਨਸ਼ਿਪ ਪ੍ਰੂਫਸ ਦੇਖਦੀ ਆ, ਤੁਹਾਡੇ ਆਪਸ ਦੇ ਵਿੱਚ ਤੁਸੀਂ ਕਿੰਨਾ ਕੁ ਇਨ ਟੱਚ ਰਹਿੰਦੇ ਹੋ ਉਹ ਦੇਖਦੀ ਆ, ਤੁਸੀਂ ਕਦੋਂ ਤੋਂ ਇੱਕ ਦੂਜੇ ਨੂੰ ਜਾਣਦੇ ਹੋ, ਤੁਸੀਂ ਵਿਆਹ ਕਦੋਂ ਹੋਇਆ ਤੁਹਾਡਾ, ਉਸ ਤੋਂ ਬਾਅਦ ਤੁਸੀਂ ਵੀਜ਼ਾ ਪ੍ਰੋਸੈਸ ਕਿੰਨੀ ਕੁ ਤੇਜ਼ੀ ਨਾਲ ਕੀਤਾ, ਕਿੰਨਾ ਟਾਈਮ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਕੋਲੇ ਰਿਹਾ। ਬਟ ਜਿੱਥੇ ਕੱਲੀ ਡੀਲ ਹੀ ਕੈਨੇਡਾ ਜਾਣ ਦੀ ਨੂੰ ਧਿਆਨ 'ਚ ਰੱਖ ਕੇ ਭਾਵੇਂ ਸਹੀ ਵਿਆਹ ਹੋਇਆ, ਪਰ ਡੀਲ ਤਾਂ ਵਿਆਹ ਹੋਇਆ, ਤਾਂ ਵਿਆਹ ਦਾ ਜਿਹੜਾ ਬੇਸ ਆ ਉਹ ਤਾਂ ਕੈਨੇਡਾ ਹੈ ਨਾ। ਵਿਆਹ ਦਾ ਬੇਸ ਕੈਨੇਡਾ ਆਸਟ੍ਰੇਲੀਆ ਨਹੀਂ ਹੋਣਾ ਚਾਹੀਦਾ। ਬਾਅਦ 'ਚੋਂ ਮੀਆਂ ਬੀਵੀ ਰਲ ਕੇ ਜੋ ਮਰਜ਼ੀ ਪਲਾਨ ਕਰ ਸਕਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ, ਆਪਦੀ ਲਾਈਫ ਨੂੰ ਚੰਗੇ ਤਰੀਕੇ ਦੇ ਨਾਲ ਗੁਜ਼ਾਰਨ ਦੇ ਲਈ ਉਹ ਕੈਨੇਡਾ ਵੀ ਜਾ ਸਕਦੇ ਨੇ, ਆਸਟ੍ਰੇਲੀਆ ਵੀ ਜਾ ਸਕਦੇ ਨੇ। ਪਰ ਵਿਆਹ ਜਿਹੜਾ ਹੋਣਾ ਚਾਹੀਦਾ ਉਹਦਾ ਜਿਹੜਾ ਮੇਨ ਮੁੱਖ ਬੱਚਾ ਸਿਲੈਕਟ ਕਰਨ ਦੇ ਪਹਿਲਾਂ, ਲਾਈਫ ਪਾਰਟਨਰ ਸਿਲੈਕਟ ਕਰਨ ਤੋਂ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਕੈਨੇਡਾ ਲੈ ਕੇ ਜਾਊ ਜਾਂ ਤੁਹਾਨੂੰ ਆਸਟ੍ਰੇਲੀਆ ਲੈ ਕੇ ਜਾਊ। ਇਹ ਚੀਜ਼ਾਂ ਸਾਡੇ ਲਈ ਹਾਨੀਕਾਰਕ ਸਿੱਧ ਹੋ ਰਹੀਆਂ ਨੇ ਦੋਸਤੋ। ਚਲੋ, ਇਹ ਤਾਂ ਇੱਕ ਪਹਿਲਾ ਸੁਨੇਹਾ ਸੀ ਜਿਹੜਾ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਕਿ ਇਹ ਕੰਮ ਬੰਦ ਹੋਣਾ ਚਾਹੀਦਾ, ਇਹ ਕੰਮ ਨਹੀਂ ਹੋਣਾ ਚਾਹੀਦਾ। ਤੁਸੀਂ ਪਲੀਜ਼ ਜਿਹੜੇ ਬੱਚੇ ਦੀ ਚੋਣ ਆ ਉਹ ਦੋਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਬੰਧਨ 'ਚ ਬੰਧਨਾ, ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਚੋਇਸ ਦੇ ਹਿਸਾਬ ਦੇ ਨਾਲ ਉਹ ਇੱਕ ਦੂਜੇ ਨਾਲ ਰਹਿ ਸਕਣਗੇ, ਰਹਿ ਪਾਉਣ ਦੇ ਲਾਇਕ ਨੇ, ਜਾਂ ਉਹਨਾਂ ਨੂੰ ਇੱਕ ਦੂਜੇ ਤੋਂ ਕਿਹੋ ਜਿਹੀਆਂ ਆਸਾਂ ਨੇ, ਉਮੀਦਾਂ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੋਣਾ ਚਾਹੀਦਾ, ਨਾ ਕਿ ਕੈਨੇਡਾ ਆਸਟ੍ਰੇਲੀਆ ਦੇ ਪ੍ਰੋਫਾਈਲ ਦੇਖ ਕੇ ਹੋਣਾ ਚਾਹੀਦਾ। ਦੂਸਰੀ ਜਿਹੜੀ ਗੱਲ ਦੋਸਤੋ ਮੈਂ ਕਰਨ ਚੱਲਿਆ, ਇਹ ਆ ਹੁਣ ਸੰਬੰਧਿਤ ਓਪਨ ਵਰਕ ਪਰਮਿਟ ਦੇ, ਕਿਉਂਕਿ ਇੱਕ ਬੜਾ ਵਧੀਆ ਪ੍ਰੋਗਰਾਮ ਕੈਨੇਡੀਅਨ ਗਵਰਨਮੈਂਟ ਨੇ ਬਣਾਇਆ ਵੀ ਜਿਹੜਾ ਬੱਚਾ ਕੈਨੇਡਾ ਪੜ੍ਹ ਰਿਹਾ ਜਾਂ ਵਰਕ ਪਰਮਿਟ ਦੇ ਉੱਤੇ ਆ, ਉਹ ਆਪਦੇ ਇੰਡੀਆ ਰਹਿੰਦੇ ਸਪਾਊਸ ਨੂੰ ਫੁੱਲ ਟਾਈਮ ਵਰਕ ਪਰਮਿਟ ਦੇ ਉੱਤੇ, ਓਪਨ ਵਰਕ ਪਰਮਿਟ ਦੇ ਉੱਤੇ ਕੈਨੇਡਾ ਬੁਲਾ ਸਕਦਾ। ਹੁਣ ਜਦੋਂ ਉਹ ਸਪਾਊਸ ਕੇਸ ਅਪਲਾਈ ਕਰਦੇ ਨੇ ਜਿਹੜੇ ਬੱਚੇ, ਮੈਂ ਉਹਨਾਂ ਵਾਸਤੇ ਨੇ, ਪਲੀਜ਼ ਮੇਰੀ ਇੱਕ ਫੇਰ ਗੁਜ਼ਾਰਿਸ਼ ਆ ਤੁਹਾਨੂੰ ਕਿ ਇਹ ਜਿਹੜੀਆਂ ਮੈਂ ਹੁਣ ਗੱਲ ਕਰਨ ਲੱਗਿਆ ਇਹਦੇ ਵਿੱਚ ਕੁਝ ਹਦਾਇਤਾਂ ਨੇ, ਉਹਨਾਂ ਨੂੰ ਡਾਕਟਰ ਦੀ ਦਵਾਈ ਵਾਂਗੂ ਲੈ ਲੈਣਾ ਤੁਸੀਂ, ਕਿੰਤੂ ਪਰੰਤੂ ਨਹੀਂ ਉਹਦੇ 'ਤੇ ਕਰਨਾ। ਜਿਵੇਂ ਅਸੀਂ ਡਾਕਟਰ ਦੀ ਦਵਾਈ ਜਿਹੜੀ ਉਹ ਦੱਸ ਦਿੰਦਾ, ਜਿੰਨੇ ਟਾਈਮ ਗੋਲੀ ਦੱਸ ਦਿੰਦਾ ਉਹ ਲੈ ਲੈਂਦੇ ਆ ਨਾ ਆਪਾਂ ਬਿਨਾਂ ਕਿੰਤੂ ਕੀਤੇ, ਉਵੇਂ ਹੀ ਇਸ ਦਿੱਤੀਆਂ ਹੋਈਆਂ ਹਦਾਇਤਾਂ ਨੂੰ ਉਹ ਬੱਚਿਆਂ ਨੇ ਜਿਨ੍ਹਾਂ ਨੇ ਆਪਦੇ ਸਪਾਊਸ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ, ਤੇ ਜਿਹੜੇ ਮਾਂ ਪਿਓ ਆਪਦੀ ਧੀ ਬਾਰੇ ਇਹ ਸੋਚ ਰਹੇ ਵੀ ਅਸੀਂ ਇਹਨੂੰ ਇਕੱਲੀ ਨੂੰ ਨਹੀਂ ਤੋਰਨਾ, ਅਸੀਂ ਵਿਆਹ ਕਰਕੇ ਤੋਰਨਾ, ਤਾਂ ਜੋ ਸਪਾਊਸ ਮਗਰ ਵਰਕ ਪਰਮਿਟ 'ਤੇ ਚਲਿਆ ਜਾਵੇ, ਆਪਦਾ ਇਕੱਠੇ ਆਪਦੀ ਲਾਈਫ ਨੂੰ ਅੱਗੇ ਤੋਰਨ। ਦੋਸਤੋ, ਜੋ ਤੁਹਾਡਾ ਪ੍ਰੋਫਾਈਲ ਆ, ਜੇ ਤੁਸੀਂ ਮੈਰਿਡ ਹੋ, ਪਹਿਲੀ ਚੀਜ਼ ਤਾਂ ਤੁਸੀਂ ਮੈਰਿਡ ਸ਼ੋਅ ਕਰਕੇ ਹੀ ਆਪਦਾ ਕੇਸ ਅਪਲਾਈ ਕਰਨਾ। ਬਹੁਤ ਵੱਡੇ ਪੱਧਰ 'ਤੇ ਇਹ ਕੇਸਿਸ ਮੇਰੇ ਕੋਲੇ ਆ ਰਹੇ ਨੇ ਜਿਨ੍ਹਾਂ ਦੇ ਵਿਆਹ ਹੋਏ ਸੀ, ਮੈਰਿਜਸ ਰਜਿਸਟਰਡ ਸੀ, ਫਿਰ ਵੀ ਉਹਨਾਂ ਨੇ ਕਿਸੇ ਏਜੰਟ ਦੇ ਕਹਿਣ ਦੇ ਉੱਤੇ ਆਪਦੀ ਮੈਰਿਜ ਨੂੰ ਹਾਈਡ ਕੀਤਾ, ਫਿਰ ਆਪਦਾ ਕੇਸ ਕੈਨੇਡਾ ਐਮਬੈਸੀ ਦੇ ਵਿੱਚ ਭੇਜਤਾ। ਹੁਣ ਉਹ ਦਰ ਭਟਕ ਰਹੇ ਨੇ ਕਿ ਵੀ ਕਰੀਏ ਕੀ, ਕਿਉਂ ਮੈਰਿਜ ਰਜਿਸਟਰਡ ਹੋ ਚੁੱਕੀ ਆ, ਮੈਰਿਜ ਸਰਟੀਫਿਕੇਟ ਬਣੇ ਹੋਏ ਨੇ, ਸੇਮ ਡੇਟਸ ਦੇ ਜਿਹੜੇ ਐਕਚੁਅਲ ਡੇਟ ਆ, ਮੈਰਿਜ ਜਿਹੜਾ ਏਜੰਟ ਆ ਉਹਨੇ ਇਹ ਕਹਿਤਾ ਵੀ ਕੋਈ ਫਰਕ ਨਹੀਂ ਪੈਂਦਾ, ਤੁਸੀਂ ਮੈਰਿਜ ਹਾਈਡ ਕਰ ਲਓ। ਦੋਸਤੋ, ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ, ਮੈਂ ਫਿਰ ਦੁਬਾਰੇ ਉਸੇ ਚੀਜ਼ 'ਤੇ ਆਉਣਾ ਕਿ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਤਾਂ ਤੁਹਾਡਾ ਰਿਸ਼ਤਾ ਪ੍ਰਵਾਨ ਹੋ ਗਿਆ, ਪਰ ਸਾਡੇ ਵਰਗੇ ਜਿਹੜੇ ਏਜੰਟ ਆ ਦਫ਼ਤਰਾਂ ਦੇ ਵਿੱਚ ਬੈਠੇ ਆ, ਉਹਨੇ ਪ੍ਰਵਾਨ ਨਹੀਂ ਕੀਤਾ ਤੁਹਾਡਾ ਰਿਸ਼ਤਾ। ਤੇ ਅਸੀਂ ਮਹਾਰਾਜ ਮਗਰ ਲੱਗਣ ਦੀ ਬਜਾਏ ਅਸੀਂ ਉਹਦੇ ਮਗਰ ਲੱਗ ਕੇ ਉਹਨੇ ਸਾਨੂੰ ਕਹਿਤਾ ਤਾਂ ਅਸੀਂ ਵਿਆਹ ਹਾਈਡ ਕਰ ਲਿਆ। ਪਹਿਲੀ ਤਾਂ ਬਹੁਤ ਵੱਡੀ ਨਲਾਇਕੀ ਹੈ, ਜਿਹਨੇ ਵੀ ਇਹ ਕੀਤਾ ਹੋਇਆ ਉਹਦਾ ਹੁਣ ਖਮਿਆਜ਼ਾ ਤੁਸੀਂ ਭੁਗਤ ਹੀ ਰਹੇ ਹੋ। ਦੂਸਰੀ ਚੀਜ਼, ਹੁਣ ਜਿਹੜਾ ਮੈਂ ਕੇਸ ਡਿਸਕਸ ਕਰਨ ਲੱਗਿਆ ਤੁਹਾਡੇ ਨਾਲ, ਉਹਦੇ ਨਾਲ ਵੀ ਕੁਛ ਐਸਾ ਹੀ ਵਾਪਰਿਆ। ਬੰਦੇ ਮੈਰਿਡ ਨੇ ਪਿਛਲੇ 1 ਸਾਲ ਤੋਂ ਤਕਰੀਬਨ ਮਤਲਬ ਜੇ ਮੈਂ ਗੱਲ ਕਰਾਂ ਤਾਂ 17, ਜਦੋਂ ਕੇਸ ਕੁੜੀ ਦਾ 18 'ਚ ਲੱਗਿਆ, 17 ਦੇ ਮੈਰਿਡ ਨੇ, 1 ਸਾਲ ਪਹਿਲਾਂ ਵਿਆਹ ਹੋ ਚੁੱਕਿਆ, ਪੂਰਾ ਨੈਚੁਰਲ ਨੋਰਮਲ ਵਧੀਆ ਵਿਆਹ ਆ, ਹੈਪੀ ਮੈਰਿਡ ਲਾਈਫ ਆ, ਰਹਿ ਰਹੇ ਨੇ, ਵਿਚਾਰ ਬਣਾਉਂਦੇ ਨੇ ਕਿ ਕੁੜੀ ਨੂੰ ਮੈਂ ਆਪਦੀ ਵਾਈਫ ਨੂੰ ਕੈਨੇਡਾ ਭੇਜਾਂ। ਕਿਸੇ ਮੇਰੇ ਵਰਗੇ ਨਲਾਇਕ ਬੰਦੇ ਨੂੰ ਮਿਲਦੇ ਨੇ ਜਾ ਕੇ, ਉਹਨੂੰ ਕਹਿੰਦੇ ਨੇ ਕਿ ਮੈਂ ਆਪਦੀ ਵਾਈਫ ਦਾ ਕੇਸ ਅਪਲਾਈ ਕਰਨਾ, ਉਹ ਕਹਿੰਦਾ ਮੈਰਿਡ ਕੇਸ ਨਾ ਤੁਸੀਂ ਮੈਰਿਜ ਨਾ ਸ਼ੋਅ ਕਰੋ, ਤੁਸੀਂ ਹਾਈਡ ਕਰ ਲਓ ਸਰਟੀਫਿਕੇਟ। ਚਲੋ ਜੀ, ਜਿਵੇਂ ਦੀ ਸਲਾਹ ਉਵੇਂ ਉਹਨਾਂ ਨੇ ਰਿਐਕਟ ਕੀਤਾ, ਮੈਰਿਜ ਹਾਈਡ ਕਰਕੇ ਕੇਸ ਅਪਲਾਈ ਕਰਤਾ। ਬੱਚੀ ਦਾ ਪ੍ਰੋਫਾਈਲ ਚੰਗਾ ਸੀ, ਸਟੂਡੈਂਟ ਵੀਜ਼ਾ ਡਨ ਹੋ ਕੇ ਆਇਆ, 18 ਦੇ ਵਿੱਚ ਬੱਚੀ ਚਲੀ ਗਈ ਕੈਨੇਡਾ। ਹੁਣ
2-4 ਮਹੀਨਿਆਂ ਬਾਅਦ ਹਸਬੈਂਡ ਨੇ ਆਪਦਾ ਓਪਨ ਵਰਕ ਪਰਮਿਟ ਲਾਉਣਾ ਸੀ। ਉਹ ਕਿਸੇ ਏਜੰਟ ਨੂੰ ਮਿਲੇ। ਹੁਣ ਗਾਂ ਮੇਰਾ ਵੀਰ ਉਹ ਵੀ ਮੇਰੇ ਵਰਗਾ ਕੋਈ ਟੱਕਰਿਆ, ਉਹ ਕਹਿੰਦੇ ਵੀ ਕੋਈ ਪ੍ਰੋਬਲਮ ਨਹੀਂ ਜੀ, ਹਾਈਡ ਕੀਤੀ ਹੋਈ ਸੀ ਤੁਹਾਡੀ, ਤੁਸੀਂ ਤਾਂ ਮੈਰਿਡ ਹੋ, ਹੁਣ ਤੁਸੀਂ ਆਪਦਾ ਸਰਟੀਫਿਕੇਟ ਜਿਹੜਾ ਐਕਚੁਅਲ ਹੈਗਾ ਉਹਨੂੰ ਲਾ ਕੇ ਭੇਜ ਦਿਓ। ਕੁੜੀ ਦੇ ਪ੍ਰੋਫਾਈਲ ਦੇ ਵਿੱਚ ਗੁੜੀਆ ਅਨਮੈਰਿਡ ਆ, ਮੁੰਡੇ ਦੇ ਪ੍ਰੋਫਾਈਲ ਦੇ ਵਿੱਚ ਉਹ ਸੀ ਸੇਮ ਡੇਟਸ ਦੇ ਵਿੱਚ ਮੈਰਿਡ ਆ। ਠੀਕ ਆ ਜੀ। ਅੰਬੈਸੀ ਨੇ ਮੁੰਡੇ ਨੂੰ ਕੁਛ ਨਹੀਂ ਕਿਹਾ, ਕੇਸ ਨਾਰਮਲ ਰਿਫਿਊਜ਼ਲ 'ਚ ਪਾ ਕੇ ਭੇਜਤਾ। ਹੁਣ ਜਦੋਂ ਕੁੜੀ ਦੀ ਪੜ੍ਹਾਈ ਖਤਮ ਹੋਈ, ਉਹਨੇ ਆਪਦਾ PGW ਪਾਇਆ, ਤਾਂ ਸਾਰਾ ਜਿਹੜਾ ਪਿਛਲਾ ਕੱਚਾ ਚੱਠਾ ਅੰਬੈਸੀ ਦੇ ਕੋਲੇ ਪਿਆ ਸੀ। ਉਹਨਾਂ ਨੇ ਕੁੜੀ ਦਾ PGW ਰਿਜੈਕਟ ਹੀ ਨਹੀਂ ਕੀਤਾ, 5 ਸਾਲ ਦਾ ਬੈਨ ਲਾ ਕੇ ਕੁੜੀ ਨੂੰ ਡਿਪੋਰਟ ਕਰਕੇ ਮੁੰਡਾ ਤੇ ਕੁੜੀ ਦੋਨੇ 5 ਸਾਲ ਦੇ ਬੈਨ 'ਚ ਪਾ ਕੇ ਵਾਪਸ ਭੇਜ ਦਿੱਤਾ। ਇੱਕ ਛੋਟੀ ਜੀ ਸਾਡੀ ਗਲਤੀ, ਐਡਾ ਸੋਹਣਾ ਪ੍ਰੋਫਾਈਲ, ਇੱਕ ਐਡਾ ਸੋਹਣਾ ਕੇਸ, ਜਿਹੜੇ ਸਾਰੀ ਜਿਹੜਾ ਐਂਡ ਤੱਕ ਆ, ਬੱਚੇ ਦੇ ਸਟੂਡੈਂਟ ਵੀਜ਼ਾ ਤੋਂ ਲੈ ਕੇ ਹਸਬੈਂਡ ਦੇ ਸਪਾਊਜ਼ਲ ਓਪਨ ਵਰਕ ਪਰਮਿਟ ਤੋਂ ਲੈ ਕੇ PR ਤੱਕ ਐਨ ਸਮੂਥਲੀ ਚੱਲਣਾ ਸੀ। ਇੱਕ ਛੋਟੇ ਜਿਹੇ ਬੰਦੇ ਦੀ ਨਲਾਇਕੀ ਕਰਕੇ ਐਡਾ ਵੱਡਾ ਚੱਕਰ ਖੜਾ ਹੋ ਗਿਆ। ਸੋ ਦੋਸਤੋ, ਇਸ ਕੇਸ ਤੋਂ ਸਾਨੂੰ ਹੁਣ ਸਿੱਖਣ ਦੀ ਲੋੜ ਆ ਕਿ ਜਿਹੜਾ ਤੁਹਾਡਾ ਸਟੇਟਸ ਆ, ਜੇ ਤੁਸੀਂ ਵਿਆਹ ਬਾਰੇ ਸੋਚ ਰਹੇ ਹੋ ਕਿ ਮੈਂ ਕੈਨੇਡਾ ਜਾਣਾ ਆ ਸਪਾਊਜ਼ਲ ਓਪਨ ਵਰਕ ਪਰਮਿਟ 'ਤੇ, ਸਾਡਾ ਮੇਰਾ ਰਿਸ਼ਤਾ ਤੈਅ ਹੋ ਚੁੱਕਿਆ ਆ, ਕੁੜੀ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਜਾਊਗੀ, ਮੈਂ ਮਗਰ ਸਪਾਊਜ਼ਲ ਓਪਨ ਵਰਕ ਪਰਮਿਟ ਲਾਊਂਗਾ, ਤਾਂ ਮੇਰੀ ਇਹ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਵਿਆਹ ਕਰਾਓ ਪਹਿਲਾਂ। ਮੈਰਿਡ ਹੋ ਕੇ ਹੀ ਆਪਦਾ ਪ੍ਰੋਫਾਈਲ ਅੰਬੈਸੀ 'ਚ ਭੇਜਿਓ, ਮੈਰਿਡ ਕੇਸ ਲਾ ਕੇ ਹੀ ਆਪਦਾ ਅੰਬੈਸੀ ਦੇ ਵਿੱਚ ਜਾਇਓ ਬਾਹਰ। ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ। ਕੋਈ ਤੁਹਾਨੂੰ ਇਹ ਕਹਿ ਦੇ ਵੀ ਵੀਜ਼ਾ ਨਹੀਂ ਆਉਣਾ, ਕੋਈ ਤੁਹਾਨੂੰ ਇਹ ਕਹਿ ਰਿਹਾ ਜੀ ਇਹ ਲਾਉਣ ਦੀ ਲੋੜ ਨਹੀਂ ਹੈਗੀ, ਮੈਰਿਜ ਸਰਟੀਫਿਕੇਟ ਲਕੋ ਲਓ, ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ। ਜੋ ਐਕਚੁਅਲ ਪ੍ਰੋਫਾਈਲ ਆ ਤੁਹਾਡਾ, ਤੁਸੀਂ ਮੈਰਿਡ ਹੋ, ਮੈਰਿਡ ਸ਼ੋਅ ਕਰਕੇ ਆਪਦਾ ਕੇਸ ਅੰਬੈਸੀ ਦੇ ਵਿੱਚ ਭੇਜੋ, ਆਪਦਾ ਮੈਰਿਜ ਸਰਟੀਫਿਕੇਟ ਲਾਓ, ਥੋੜ੍ਹੀਆਂ ਬਹੁਤੀਆਂ ਆਪਦੇ ਮੈਰਿਜ ਦੇ ਪ੍ਰੂਫ ਲਾਓ, ਆਪਦੀ ਵਾਈਫ ਦਾ ਪ੍ਰੂਫ, ਆਪਦਾ ਆਧਾਰ ਕਾਰਡ, ਵੋਟਰ ਕਾਰਡ, ਜੋ ਵੀ ਚੀਜ਼ਾਂ ਚੇਂਜ ਹੋ ਸਕਦੀਆਂ ਸਪਾਊਜ਼ਲ ਨੇਮ ਦੇ ਨਾਲ, ਪਾਸਪੋਰਟ ਚੇਂਜ ਹੋ ਸਕਦਾ, ਬੈਂਕ ਖਾਤਾ ਖੁੱਲ੍ਹ ਸਕਦਾ, ਉਹ ਸਾਰੀਆਂ ਚੀਜ਼ਾਂ ਖਿਲਾ ਕੇ, ਸਾਰੀਆਂ ਚੀਜ਼ਾਂ ਤੇ ਨਾਂ ਚੜ੍ਹਾ ਕੇ ਅੰਬੈਸੀ ਨੂੰ ਨਾਲ ਪੇਸ਼ ਕਰੋ। ਦੂਸਰੀ ਚੀਜ਼, ਜਿਹੜੇ ਮਾਂ ਪਿਓ ਇਹ ਚੀਜ਼ ਸੋਚ ਰਹੇ ਨੇ ਵੀ ਅਸੀਂ ਆਪਦੇ ਬੱਚੇ ਦਾ ਵਿਆਹ ਕਰਕੇ ਤੋਰਨਾ ਆ, ਖਾਸ ਕਰਕੇ ਕੁੜੀਆਂ ਦੇ ਮਾਪੇ, ਉਹ ਪਲੀਜ਼ ਉਹਨਾਂ ਚਿਰ ਫਾਈਲ ਨੂੰ ਪ੍ਰੋਸੈਸ 'ਚ ਨਾ ਪਾਓ। ਆਫਰ ਲੈਟਰ ਮੰਗਾਉਣੀਆਂ ਮੰਗਾ ਲਓ, ਆਫਰ ਲੈਟਰ ਪ੍ਰੋਸੈਸ ਕਰਨੇ ਆ ਕਰ ਲਓ, ਬਟ ਬੱਚੇ ਦਾ ਕੇਸ ਤੁਸੀਂ ਮੈਰਿਡ ਸ਼ੋਅ ਕਰਕੇ ਹੀ ਕੇਸ ਲਾਉਣਾ, ਤਾਂ ਜੋ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਕੇਸ ਨੇ ਉਹ ਸਮੂਥ ਰਨ ਹੋਣ। ਦੋਸਤੋ, ਕਿਸੇ CIC ਦੀ ਕਿਸੇ ਵੀ ਲਾਅ ਦੇ ਅਧੀਨ, ਕਿਸੇ ਵੀ ਕਲੌਜ਼ ਦੇ ਅਧੀਨ ਇਹ ਨਹੀਂ ਲਿਖਿਆ CIC ਨੇ ਕਿ ਸਿਰਫ ਤੇ ਸਿਰਫ ਅਨਮੈਰਿਡ ਬੱਚਾ ਹੀ ਜਾ ਕੇ ਕੈਨੇਡਾ ਦੇ ਵਿੱਚ ਪੜ੍ਹ ਸਕਦਾ। ਜੇ ਉਹਨਾਂ ਨੇ ਇਹ ਲਿਖਣਾ ਹੁੰਦਾ ਤਾਂ ਫਿਰ ਉਹਨਾਂ ਨੂੰ ਓਪਨ ਵਰਕ ਪਰਮਿਟ ਚਲਾਉਣ ਦੀ ਕੀ ਲੋੜ ਸੀ? ਜੇ ਉਹਨਾਂ ਨੇ ਕਿਹਾ ਹੁੰਦਾ ਵੀ ਮੈਰਿਡ ਕੇਸ ਨਹੀਂ ਆਉਣਾ, ਤਾਂ ਫਿਰ ਉਹਨਾਂ ਨੇ ਤਾਂ ਮਗਰੋਂ ਤੁਹਾਡੀ ਸਹੂਲਤ ਲਈ ਓਪਨ ਵਰਕ ਪਰਮਿਟ ਚਲਾਇਆ ਵੀ ਜੇ ਤੁਸੀਂ ਮੈਰਿਡ ਹੋ, ਬਾਹਰ ਪੜ੍ਹ ਰਹੇ ਹੋ, ਤਾਂ ਤੁਹਾਡਾ ਸਪਾਊਸ ਵੀ ਆ ਸਕਦਾ ਤੁਹਾਨੂੰ। ਬਟ ਇਹ ਸਾਡੀ ਐਵੇਂ ਇੱਕ ਬਣੀ ਹੋਈ ਧਾਰਨਾ, ਜਿਹਦੇ ਆਧਾਰ ਬਣਾ ਕੇ ਜਿਹਨੂੰ ਅਸੀਂ ਲੋਕਾਂ ਦੀਆਂ ਮੈਰਿਜਸ ਹਾਈਡ ਕਰੀ ਜਾਂਦੇ ਹਾਂ ਅਤੇ ਉਹਨਾਂ ਦੇ ਕੇਸਾਂ ਦਾ ਭੱਠਾ ਬਿਠਾ ਰਹੇ ਹਾਂ। ਪਲੀਜ਼, ਮੈਂ ਇਸ ਲਈ ਤੁਹਾਡੇ ਨਾਲ ਅੱਜ ਲਾਈਵ ਹੋਣਾ ਸੀ ਕਿ ਇੱਕ ਛੋਟੀ ਜਿਹੀ ਗਲਤੀ, 17 ਦੇ ਮੈਰਿਡ ਬੱਚੇ 18 ਦੇ ਵਿੱਚ ਕੇਸ ਅਪਲਾਈ ਕਰ ਰਹੇ ਨੇ ਮੈਰਿਜ ਸਰਟੀਫਿਕੇਟ ਹਾਈਡ ਕਰਕੇ। ਅੰਬੈਸੀ ਕਿੰਨਾ ਵਧੀਆ ਤਰੀਕੇ ਨਾਲ ਦੇਖੋ ਟਰੀਟ ਕਰ ਰਹੀ ਆ, ਹਾਲਾਂਕਿ ਸਪਾਊਸ ਨੂੰ ਹੀ ਬੈਨ ਕਰਨਾ ਬਣਦਾ ਸੀ, ਬਟ ਉਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਉਵੇਂ ਹੀ ਰੱਖਿਆ, ਹਾਈਡ ਕਰਕੇ ਹੀ ਰਿਫਿਊਜ਼ਲ ਦਿੱਤੀ। ਜਦੋਂ CIC ਨੇ ਦੁਬਾਰਾ ਕੇਸ ਚੱਕਿਆ, ਕੁੜੀ ਨੂੰ ਵੀ ਬੈਨ ਕੀਤਾ, ਨਾਲ ਮੁੰਡੇ ਨੂੰ ਵੀ ਬੈਨ ਕੀਤਾ। ਦੇਖੋ, ਇਹ ਛੋਟੀ ਜੀ ਗਲਤੀ ਨਾ ਕਿਸ ਜਗ੍ਹਾ ਤੇ ਲੈ ਆਈ ਉਸ ਕਪਲ ਨੂੰ। ਸੋ ਹੁਣ ਆਪਾਂ ਇਹ ਦੁਬਾਰੇ ਇਹ ਜਿਹੀਆਂ ਗਲਤੀਆਂ ਨਹੀਂ ਕਰਨੀਆਂ। ਜਿਹੜਾ ਤੁਹਾਡਾ ਪ੍ਰੋਫਾਈਲ ਆ, ਜੋ ਚੀਜ਼ ਤੁਸੀਂ ਐਕਚੁਅਲ ਦੇ ਵਿੱਚ ਸੋਚੀ ਹੋਈ ਹੈ, ਜੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਸੋਚਿਆ ਹੋਇਆ ਕਿ ਅਸੀਂ ਮੈਰਿਟਲ ਸਟੇਟਸ ਆ ਸਾਡਾ ਅੱਜ, ਤੇ ਅਸੀਂ ਮੈਰਿਡ ਹੋ ਕੇ ਕੈਨੇਡਾ ਜਾਣਾ, ਤਾਂ ਅੰਬੈਸੀ ਨੂੰ ਦੱਸੋ ਅੱਜ ਹੀ। ਪਹਿਲਾ ਕੰਮ ਉਹ ਕਰੋ, ਵਿਆਹ ਨਿਪਟਾਓ ਆਪਦਾ। ਉਸ ਤੋਂ ਬਾਅਦ ਆਪਦੇ ਸਾਰੇ ਪ੍ਰੂਫ ਚੇਂਜ ਕਰੋ। ਉਹ ਚੇਂਜ ਕੀਤੇ ਹੋਏ ਪ੍ਰੂਫ ਅੰਬੈਸੀ ਨੂੰ ਹੀ ਆਪਦੇ ਸਪਾਊਸ ਦੇ ਸਟੂਡੈਂਟ ਵੀਜ਼ਾ ਦੇ ਨਾਲ ਭੇਜੋ, ਤਾਂ ਜੋ ਅੰਬੈਸੀ ਨੂੰ ਸਾਰੇ ਚੀਜ਼ਾਂ ਪਹਿਲਾਂ ਹੀ, ਤੁਹਾਡੇ ਰਿਲੇਸ਼ਨਸ਼ਿਪ ਦੀ ਕਲੈਰਿਟੀ ਪਹਿਲਾਂ ਹੀ ਹੋ ਜਾਵੇ। ਸੋ ਦੋਸਤੋ, ਇਹ ਚੀਜ਼ ਬੜੀ ਜ਼ਰੂਰੀ ਆ, ਇਸ ਚੀਜ਼ ਨੂੰ ਸਮਝਣਾ ਬੜਾ ਸਾਡੇ ਲਈ ਜ਼ਰੂਰੀ ਆ, ਤਾਂ ਜੋ ਤੁਹਾਡੇ ਆਉਣ ਵਾਲਾ ਜਿਹੜਾ ਸਮੂਥ ਪ੍ਰੋਸੈਸ ਆ ਨਾ, ਸਮੂਥ ਚੱਲੇ। ਇਹਦੇ ਵਿੱਚ ਬੜੀਆਂ ਇਹ ਵੱਡੇ ਪੱਧਰ 'ਤੇ ਗਲਤੀਆਂ ਹੋ ਰਹੀਆਂ ਨੇ, ਇਹ ਆਪਾਂ ਨਹੀਂ ਕਰਨੀਆਂ। ਵੈਸੇ ਤਾਂ ਮੈਂ ਕਿਸੇ ਨੂੰ ਸਿਖਾਉਣ ਯੋਗ ਨਹੀਂ, ਇਹ ਵੀਡੀਓ ਮੈਂ ਸਿਰਫ ਆਪਦੇ ਸਰੋਤਿਆਂ ਵਾਸਤੇ, ਜਿਹੜੇ ਮੇਰੇ ਤੋਂ ਕੇਸ ਅਪਲਾਈ ਕਰਦੇ ਨੇ ਜਾਂ ਜਿਹੜੇ ਮੈਨੂੰ ਸੁਣਦੇ ਨੇ, ਉਹਨਾਂ ਵਾਸਤੇ ਆ। ਕੰਮ ਸਾਰਿਆਂ ਨੂੰ ਹੀ ਮੇਰੇ ਨਾਲ ਜ਼ਿਆਦਾ ਆਉਂਦਾ, ਪਰ ਫਿਰ ਵੀ ਜੇ ਕੋਈ ਇਹ ਬੱਚਾ, ਕੋਈ ਏਜੰਟ ਵੀਰ ਜਿਹੜਾ ਮੇਰੇ ਤੋਂ ਵੀ
ਵੀ ਆਪਾਂ ਕੋਈ ਐਸੇ ਅਦਾਰੇ ਦੇ ਵਿੱਚ ਪੇਪਰ ਭੇਜ ਰਹੇ ਆ ਵੀ ਉਹ ਕਿਹੜਾ ਚੈੱਕ ਹੋਣੇ ਨੇ ਜਾਂ ਕੋਈ ਉਹਨਾਂ ਦਾ ਰਿਕਾਰਡ ਰਹਿਣਾ। ਇਹ ਤਾਂ ਸਾਰਾ ਕੁਝ ਤੁਹਾਡੇ UCI ਦੇ ਉੱਤੇ ਚੜ੍ਹਨਾ ਆ, ਸਾਰਾ ਰਿਕਾਰਡ ਐਮਬੈਸੀ ਨੇ ਤੁਹਾਡਾ ਸਾਂਭ ਕੇ ਰੱਖਣਾ ਆ। ਇੱਕ ਵਾਰੀ ਜਿਹੜੀ ਗੱਲ ਬੋਲਤੀ ਉਹ ਤੋਂ ਅਸੀਂ ਪਲਟ ਨਹੀਂ ਸਕਦੇ ਦੁਬਾਰੇ। ਸੋ ਇੰਨਾ ਕਹਿੰਦਾ ਹੋਇਆ ਦੋਸਤੋ ਖਿਮਾ ਦਾ ਜਾਚਕਾਂ ਜੀ, ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਜਿਨ੍ਹਾਂ ਨੇ ਅੱਗੇ ਕੋਈ ਫਰਦਰ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਆ, ਟਾਈਮ ਲੈ ਲਓ, ਫੋਨ ਕਰਕੇ ਮਿਲ ਲਓ। ਬਾਕੀ ਮੈਂ ਹੁਣ ਵੀਕ ਦੇ ਵਿੱਚ 2 ਦਿਨ ਦੇ ਲਈ ਲੁਧਿਆਣਾ ਆਫਿਸ ਦੇ ਵਿੱਚ ਵੀ ਬੈਠਿਆ ਕਰੂੰਗਾ, ਤੁਸੀਂ ਆਪਦੀਆਂ ਅਪੁਆਇੰਟਮੈਂਟਸ ਬੁੱਕ ਕਰਕੇ ਮੈਨੂੰ ਮਿਲ ਸਕਦੇ ਹੋ। ਇੰਨਾ ਕਹਿੰਦਾ ਖਿਮਾ ਦਾ ਜਾਚਕਾਂ ਜੀ, ਧੰਨਵਾਦ।